ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਲਾ ਪੰਜਵਾ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ। ਚੱਲ ਰਹੀ ਲੜੀਵਾਰ ਕਥਾ ਵਿਚਾਰ ਪਾਵਨ ਅੰਗ 394 ਤੇ ਸਤਿਗੁਰੂ ਕਿਰਪਾ ਕਰ ਰਹੇ ਹਨ। ਜਿਨ੍ਹਾਂ ਜਿਗਿਆਸੂ ਰੂਪ ਇਸਤਰੀਆਂ ਨੂੰ ਪਰਮੇਸ਼ਰ ਨੇ ਸਮੱਤ ਬਖਸ਼ੀ ਹੈ ਅਤੇ ਜੋ ਉਹਨਾਂ ਦੀ ਕੁਮੱਤੀ ਨਿਵਰਤ ਹੋਈ, ਵਿਵੇਕ ਦੀ ਪ੍ਰਾਪਤੀ ਹੋਈ, ਉਸ ਅਵਸਥਾ ਨੂੰ ਗੁਰੂ ਸਾਹਿਬ ਜੀ ਕਥਨ ਕਰਦੇ ਹਨ। ਮੀਠੀ ਆਗਿਆ ਪਿਰ ਕੀ ਲਾਗੀ, ਸੌਕਨ ਘਰ ਕੀ ਕੰਤ ਤਿਆਗੀ। ਹੇ ਸਖੀ, ਮੈਨੂੰ ਪਤੀ ਪਰਮੇਸ਼ਰ ਦੀ ਆਗਿਆ ਰਜਾ ਪਿਆਰੀ ਲੱਗੀ ਹੈ। ਸਾਡੇ ਕੰਤ ਪਤੀ ਅਕਾਲ ਪੁਰਖ ਨੇ ਘਰ ਕਹੀਏ ਅੰਤਸ਼ਕਰਨ ਵਿੱਚ ਸਬੁੱਧੀ ਹੁੰਦਾ ਵਾ ਦੀ ਸੌਕਣ ਪਤੀ ਦੀ ਦੂਸਰੀ ਘਰ ਵਾਲੀ ਭਾਵ ਕਬੁੱਧੀ ਛੱਡ ਦਿੱਤੀ ਆ। ਘਰ ਦੀਆਂ ਸੌਂਕਣਾਂ ਭਾਵ ਇੰਦਰੀਆਂ ਜੋ ਆਪਣੇ ਆਪਣੇ ਵਿਸ਼ੇ ਵੱਲ ਮਨ ਨੂੰ ਖਿੱਚਦੀਆਂ ਸਨ, ਉਹ ਮਨ ਰੂਪ ਪਤੀ ਦੇ ਵਿਸ਼ਿਆਂ ਦਾ ਅਭਾਵ ਕਰਨ ਰੂਪ ਤਿਆਗ ਦਿੱਤੀਆਂ ਹਨ। ਅਰਥਾਤ ਹੁਣ ਮਨ ਉਹਨਾਂ ਇੰਦਰੀਆਂ ਦੇ ਵਿਸ਼ਿਆਂ ਵਿੱਚ ਪ੍ਰਵਿਰਤ ਨਹੀਂ ਹੁੰਦਾ। ਪ੍ਰਿਯ ਸੁਹਾਗਨ ਸੀਗਾਰ ਕਰੀ, ਮਨ ਮੇਰੇ ਕੀ ਤਪਤ ਹਰੀ। ਪਤੀ ਪਰਮੇਸ਼ਰ ਨੇ ਮੈਨੂੰ ਸ਼ੁਭ ਗੁਣਾ ਰੂਪੀ ਸੁਹਾਪਣ ਸਮੱਗਰੀ ਦੇ ਕਰਕੇ ਸੁਹਾਗਵੰਤੀ ਭਾਵ ਆਨੰਦ ਦੇ ਸਹਿਤ ਕਰ ਲਿਆ ਹੈ। ਸਾਡੇ ਮਨ ਚਿੱਤ ਵਿੱਚੋਂ ਵਿਛੋੜੇ ਦੀ ਤਵਸ਼ ਹਰ ਦਿੱਤੀ ਭਾਵ ਨਿਵਰਤ ਕਰ ਦਿੱਤੀ ਹੈ। ਭਲੋ ਭਇਓ ਪ੍ਰਿਯ ਕਹਿਆ ਮਾਨਿਆ, ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾਉ। ਇਹ ਬਹੁਤ ਹੀ ਭਲੋ ਚੰਗਾ ਹੋਇਆ ਜੋ ਮੈਂ ਪਤੀ ਪਰਮੇਸ਼ਰ ਦਾ ਕਿਹਾ ਹੋਇਆ ਬਚਨ ਮੰਨ ਲਿਆ, ਜੋ ਪਰਮੇਸ਼ਰ ਨੇ ਸਾਡੀ ਕਹੀ ਹੋਈ ਬੇਨਤੀ ਨੂੰ ਮੰਨ ਲਿਆ, ਤਾਂ ਮੈਂ ਇਸ ਸਰੀਰ ਰੂਪ ਘਰ ਵਿੱਚ ਸੁਭਾਵਕ ਸੁੱਖ ਜਾਂ ਅਚੁੱਤ ਸੁੱਖ ਦਾ ਆਨੰਦ ਜਾਣ ਲਿਆ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ। ਹਉ ਬੰਦੀ ਪ੍ਰਿਯ ਖਿਜਮਤਦਾਰ, ਓਹ ਅਬਿਨਾਸੀ ਅਗਮ ਅਪਾਰ। ਮੈਂ ਪਤੀ ਪਰਮੇਸ਼ਰ ਦੀ ਭਗਤੀ ਰੂਪੀ ਖਿਜਮਤਦਾਰ ਹੁੰਦਾ ਟਹਿਲ ਕਰਨ ਵਾਲੀ ਬੰਦੀ ਹਾਂ, ਦਾਸੀ ਹਾਂ। ਉਸ ਪਰਮੇਸ਼ਰ ਅਬਿਨਾਸੀ ਨਾਸ਼ ਤੋਂ ਰਹਿਤ, ਮਨ ਦੀ ਅਗਮ ਗਮਤਾ ਤੋਂ ਰਹਿਤ ਅਤੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਲੇ ਪੱਖਾ ਪ੍ਰਿਯ ਝੱਲੋ ਪਾਏ, ਭਾਗ ਗਏ ਪੰਚ ਦੂਤ ਲਾਵੇ। ਸਾਧ ਸੰਗਤ ਦਾ ਪੱਖ ਲੈਣ ਰੂਪ ਪ੍ਰੇਮ ਰੂਪੀ ਪੱਖਾ ਲੈ ਕੇ ਪਿਆਰੇ ਪਤੀ ਪਰਮੇਸ਼ਰ ਨੂੰ ਝੱਲ ਪਾਏ ਪਾਉਣਾ ਕਰਦੀ ਹਾਂ, ਭਾਵ ਪੱਖਾ ਝੱਲਣਾ ਕਰਦੀ ਹਾਂ। ਇਸ ਤਰ੍ਹਾਂ ਜਦੋਂ ਮਹਾਰਾਜ ਦੀ ਟਹਿਲ ਕਰਨ ਵਾਲੀ ਹੋਈ, ਤਦੋਂ ਪੰਜ ਜਾਸੂਸ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਲਾਵੇ ਕਹੀਏ ਕਾਮਿਆਂ ਦੀ ਨਿਆਈ ਬੁੱਧ ਰੂਪ ਧਰਤੀ ਵਿੱਚੋਂ ਸ਼ੁਭ ਗੁਣਾ ਰੂਪੀ ਖੇਤੀ ਨੂੰ ਕੱਟਣ ਵਾਲੇ ਸਨ, ਉਹ ਭਾਗ ਕਹੀਏ ਨੱਸ ਗਏ। ਨਾ ਮੈਂ ਕੁਲ ਨਾ ਸੋਭਾਵੰਤ, ਕਿਆ ਜਾਨਾ ਕਿਉ ਭਾਨੀ ਕੰਤ। ਹੇ ਸਖੀ, ਨਾ ਹੀ ਮੈਂ ਸ੍ਰੇਸ਼ਟ ਕੁਲ ਵੰਸ਼ ਵਾਲੀ ਹਾਂ ਤੇ ਨਾ ਹੀ ਭਗਤੀ ਰੂਪ ਸ਼ੋਭਾਵੰਤੀ ਸ਼ੋਭਾ ਵਾਲੀ ਹਾਂ। ਮੈਂ ਕੀ ਜਾਣਾ ਕਿ ਕਿਸ ਪ੍ਰਕਾਰ ਪਤੀ ਪਰਮੇਸ਼ਰ ਨੂੰ ਭਾ ਗਈ ਭਾਵ ਚੰਗੀ ਲੱਗੀ ਹਾਂ। ਮੋਹ ਅਨਾਥ ਗਰੀਬ ਨਿਮਾਨੀ, ਕੰਤ ਪਕਰ ਹਮ ਕੀਨੀ ਰਾਨੀ। ਮੈਂ ਸੰਤੋਖ ਰੂਪੀ ਪਿਤਾ ਤੇ ਖਿਮਾ ਰੂਪੀ ਮਾਂ ਨਾ ਹੋਣ ਕਰਕੇ, ਅਨਾਥ ਯਤੀਮ ਨਾਮ ਰੂਪੀ ਧਨ ਨਾ ਹੋਣ ਕਰਕੇ ਗਰੀਬ ਕੰਗਾਲ ਸੀ ਅਤੇ ਸ਼ੁਭ ਗੁਣ ਨਾ ਹੋਣ ਕਰਕੇ ਨਿਮਾਨੀ ਆਦਰ ਤੋਂ ਰਹਿਤ ਸੀ। ਪਰੰਤੂ ਫਿਰ ਵੀ ਪਤੀ ਪਰਮੇਸ਼ਰ ਨੇ ਮੇਰੀ ਬਿਰਤੀ ਰੂਪੀ ਬਾਹਾਂ ਫੜ ਕੇ ਮੇਰੇ ਤਾਈਂ ਬ੍ਰਹਮ ਗਿਆਨ ਦਾ ਪ੍ਰਕਾਸ਼ ਦੇਣ ਰੂਪ ਰਾਨੀ ਕਹੀਏ ਪਟਰਾਨੀ ਬਣਾ ਦਿੱਤਾ ਹੈ। ਜਬ ਮੁਖ ਪ੍ਰੀਤਮ ਸਾਜਨ ਲਾਗਾ, ਸੂਖ ਸਹਿਜ ਮੇਰਾ ਧਨ ਸੁਹਾਗਾ। ਜਦੋਂ ਪ੍ਰੀਤਮ ਪਿਆਰਾ ਸੱਜਣ ਅਕਾਲ ਪੁਰਖ ਮੇਰੇ ਮੂੰਹ ਲੱਗਾ ਭਾਵ ਸਾਖਿਆਤ ਹੋ ਗਿਆ, ਜਦੋਂ ਮੇਰਾ ਮਨ ਪ੍ਰੀਤਮ ਸੱਜਣ ਦੇ ਸਨਮੁਖ ਲੱਗ ਗਿਆ, ਉਦੋਂ ਸੂਖ ਸਹਿਜ ਸੁਭਾਵਕ ਹੀ ਸੁਤੇ ਸਿੱਧ ਹੀ
ਮੇਰਾ ਸੁਹਾਗਾ ਕਿ ਇਹ ਆਨੰਦ ਪਤੀ ਪਰਮੇਸ਼ਰ ਦਾ ਮਿਲਾਪ ਧੰਤਾ ਦੇ ਜੋਗ ਹੋ ਗਿਆ। ਕਹੋ ਨਾਨਕ ਮੋਰੀ ਪੂਰਨ ਆਸਾ, ਸਤਿਗੁਰ ਮੇਲੀ ਪ੍ਰਭ ਗੁਣ ਤਾਸਾ। ਸਤਿਗੁਰੂ ਜੀ ਉਚਾਰਨ ਕਰਦੇ ਹਨ ਕਿ ਜਿਗਿਆਸੂ ਰੂਪ ਇਸਤਰੀ ਕਹਿੰਦੀ ਹੈ ਕਿ ਉਦੋਂ ਮੇਰੀ ਸਾਰੀ ਆਸਾ ਉਮੀਦ ਪੂਰੀ ਹੋ ਗਈ ਜਦੋਂ ਸੱਚੇ ਗੁਰੂ ਸਾਹਿਬ ਜੀ ਨੇ ਗੁਣ ਤਾਸਾ, ਗੁਣਾਂ ਦੇ ਤਾਸਾ ਹੁੰਦੇ ਖਜ਼ਾਨੇ ਪ੍ਰਭੂ ਪਰਮੇਸ਼ਰ ਨਾਲ ਮੇਲ ਦਿੱਤਾ। ਆਸਾ ਮਹੱਲਾ ਪੰਜਵਾ। ਹੁਣ ਸਤਿਗੁਰੂ ਜੀ ਮਾਇਆ ਦੇ ਪ੍ਰਥਾਏ ਅੱਗੇ ਕਥਨ ਕਰਦੇ ਹਨ ਇਸ ਪਾਵਨ ਸ਼ਬਦ ਵਿੱਚ। ਮਾਥੈ ਤ੍ਰਿਕੁਟੀ ਦ੍ਰਿਸ਼ਟ ਕਰੂਰ, ਬੋਲੇ ਕੌੜਾ ਜਿਹਬਾ ਕੀ ਫੂੜ। ਇਹ ਮਾਇਆ ਜੀਵਾਂ ਦੇ ਅੰਤਸ਼ਕਰ ਰੂਪੀ ਮੱਥੇ ਉੱਪਰ 3 ਗੁਣਾ ਰੂਪੀ ਤਿਉੜੀ ਪਾਉਣ ਵਾਲੀ ਆ। ਇਹ ਦ੍ਰਿਸ਼ਟੀ ਦੀ ਬੜੀ ਕਰੂਰ ਹੁੰਦਾ, ਕਰੜੀ ਆ, ਸਭ ਨੂੰ ਖਾ ਜਾਣ ਵਾਲੀ ਆ ਅਤੇ ਕੌੜਾ ਕੌੜੇ ਬਚਨ ਬੋਲਦੀ ਆ ਅਤੇ ਜ਼ੁਬਾਨ ਦੀ ਫੂੜ ਸੋਟੀ ਭਾਵ ਬੇਗੰਢੀ ਆ। ਜਿਵੇਂ ਕਿ ਮਾਇਆ ਜਿਹਦੇ ਕੋਲ ਆ ਜਾਵੇ ਉਹ ਚੰਗਾ ਭਲਾ ਇਨਸਾਨ ਵਿਗੜ ਜਾਂਦਾ, ਉਹਦੀ ਮਾਇਆ ਉਹਦੇ ਬਚਨ ਵੀ ਵਿਗੜ ਜਾਂਦੇ, ਉਹਦੇ ਬਚਨਾਂ ਵਿੱਚ ਵੀ ਹੰਕਾਰ ਆ ਜਾਂਦਾ, ਫਿਰ ਉਹ ਕੌੜਾ ਬੋਲਦਾ। ਇਸ ਕਰਕੇ ਮਹਾਰਾਜ ਕਹਿੰਦੇ ਬੋਲੇ ਕੌੜਾ ਜਿਹਬਾ ਕੀ ਫੂੜ। ਇਹ ਜਿਹਬਾ ਦੀ ਬੜੀ ਫੂੜ ਵਾ, ਭਾਵ ਬੇਗੰਢੀ ਆ ਅਤੇ ਬੇਢੰਗੀ ਵੀ ਆ। ਸਦਾ ਭੂਖੀ ਫਿਰ ਜਾਣੈ ਦੂਰ, ਜੋ ਹਮੇਸ਼ਾ ਤ੍ਰਿਸ਼ਨਾ ਦੇ ਸਹਿਤ ਖੁਦਿਆਵੰਤ ਭੁੱਖੀ ਸੀ, ਪਤੀ ਪਰਮੇਸ਼ਰ ਨੂੰ ਫਾਸਲੇ 'ਤੇ ਜਾਣਦੀ ਹੈ। ਐਸੀ ਇਸਤਰੀ ਇੱਕ ਰਾਮ ਉਪਾਈ। ਅਜਿਹੀ ਇੱਕ ਮਾਇਆ ਰੂਪੀ ਇਸਤਰੀ ਨਾਰੀ ਪਰਮੇਸ਼ਰ ਨੇ ਪੈਦਾ ਕੀਤੀ ਹੈ। ਮਹਾਰਾਜ ਦੱਸ ਰਿਹਾ ਕਿ ਪੈਦਾ ਵੀ ਪਰਮੇਸ਼ਰ ਨੇ ਆਪ ਕੀਤੀ ਹੈ ਮਾਇਆ। ਉਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਰਹਾਉ। ਪਾਤਸ਼ਾਹ ਫਰਮਾਉਂਦੇ ਆ ਕਿ ਹੇ ਸਾਡੇ ਭਰਾਵੋ, ਉਸ ਮਾਇਆ ਰੂਪ ਇਸਤਰੀ ਨੇ ਸਾਰਾ ਹੀ ਸੰਸਾਰ ਆਪਣੇ ਵਿੱਚ ਲਾ ਕੇ ਖਾ ਲਿਆ, ਨਾਸ਼ ਕਰ ਦਿੱਤਾ। ਪਰੰਤੂ ਸਾਡੇ ਤਾਈਂ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੱਖ ਲੈਣਾ ਕੀਤਾ ਹੈ ਰਹਾਉ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਪਾਏ ਠਗੌਲੀ ਸਭ ਜਗ ਜੋਹਿਆ, ਬ੍ਰਹਮਾ ਬਿਸ਼ਨ ਮਹਾਦੇਵ ਮੋਹਿਆ। ਇਸ ਮਾਇਆ ਨੇ ਸਾਰੇ ਸੰਸਾਰ ਨੂੰ ਮੋਹ ਰੂਪੀ ਠੱਗ ਬੂਟੀ ਪਾ ਕੇ ਜੋਹਿਆ ਹੁੰਦਾ, ਤਾੜਿਆ, ਦੇਖਣਾ ਕੀਤਾ, ਆਪਣੇ ਅਧੀਨ ਕਰ ਲਿਆ। ਜਿਸ ਮਾਇਆ ਨੇ ਬ੍ਰਹਮਾ ਵਿਸ਼ਨੂੰ ਮਹਾਦੇਵ ਸ਼ਿਵ ਆਦਿ ਵੱਡੇ ਦੇਵਤਿਆਂ ਨੂੰ ਵੀ ਮੋਹ ਲੈਣਾ ਕੀਤਾ ਹੈ। ਜਿਵੇਂ ਬ੍ਰਹਮਾ ਆਪਣੀ ਪੁੱਤਰੀ ਸੁਰਸਤੀ ਦਾ ਰੂਪ ਦੇਖ ਕੇ ਡੋਲ ਗਿਆ ਸੀ, ਵਿਸ਼ਨੂੰ ਨੇ ਬਿੰਦਰਾ ਰਾਕਸ਼ਣੀ ਦਾ ਸੱਤ ਤੋੜਿਆ, ਸ਼ਿਵ ਜੀ ਮੋਹਣੀ ਅਵਤਾਰ ਵੇਲੇ ਡੋਲ ਗਿਆ ਸੀ। ਗੁਰਮੁਖ ਨਾਮ ਲੱਗੇ ਸੇ ਸੋਹਿਆ। ਪਰੰਤੂ ਜਿਹੜੇ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਜਪਣ ਵਿੱਚ ਲੱਗੇ ਹੋਏ ਆ, ਉਹ ਮਾਇਆ ਦੇ ਮੋਹ ਤੋਂ ਬਚ ਕੇ ਲੋਕ ਪ੍ਰਲੋਕ ਵਿੱਚ ਸ਼ੋਭਨੀਕ ਹੋਏ ਆ। ਵਰਤ ਨੇਮ ਕਰ ਥਾਕੇ ਪੁਨਹ ਚਰਨਾ, ਤੜ ਤੀਰਥ ਭਵੇ ਸਭ ਧਰਨਾ। ਬਹੁਤੇ ਜੀਵ ਵਰਤ ਰੱਖ ਕੇ ਨੇਮ ਨਿਯਮ ਜਾਂ ਯਮ ਨੇਮ ਆਦਿਕ ਸਾਧਨ ਕਰਕੇ ਅਤੇ ਪੁਨਹ ਚਰਨਾ ਹੁੰਦਾ ਪ੍ਰਾਸ਼ਚਿਤ ਕਰਮ ਕਰਕੇ ਥੱਕ ਗਏ ਆ। ਕਈ ਤੀਰਥਾਂ ਦੇ ਕਿਨਾਰਿਆਂ 'ਤੇ ਅਤੇ ਕਈ ਧਰਨਾ ਹੁੰਦਾ ਧਰਤੀ ਉੱਪਰ ਭਟਕਦੇ ਹੋਏ ਭਰਮ ਦੇ ਯਾਤਰਾ ਕਰਦੇ, ਇੱਧਰ ਉੱਧਰ ਫਿਰਦੇ, ਸਾਰੇ ਮਾਇਆ ਨੇ ਮੋਏ ਹੋਏ ਆ। ਸੇ ਉਬਰੇ ਜੇ ਸਤਿਗੁਰ ਕੀ ਸਰਨਾ। ਉਹ ਹੀ ਇਸ ਮਾਇਆ ਤੋਂ ਉਬਰੇ ਬਚੇ ਆ ਜਿਹੜੇ ਸੱਚੇ ਗੁਰੂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਪੈ ਗਏ ਆ। ਜਿਵੇਂ ਦਾਣੇ ਉਹ ਬਚਦੇ ਜਿਹੜੇ ਕਿੱਲੀ ਨਾਲ ਲੱਗ ਜਾਂਦੇ, ਜਿਹੜੇ ਪੁੜ ਥੱਲੇ ਆ ਜਾਂਦੇ ਉਹ ਰਗੜੇ ਜਾਂਦੇ ਆ। ਮਾਇਆ ਮੋਹ ਸਭੋ ਜਗ ਬਾਧਾ, ਹਉਮੈ ਪਚੈ ਮਨ ਮੁਖ ਮੂੰਹ ਰਾਖਾ। ਇਸ ਪ੍ਰਕਾਰ ਸਾਰਾ ਸੰਸਾਰ ਮਾਇਆ ਦੇ ਮੋਹ ਨੇ ਆਪਣੇ ਵਿੱਚ ਬੰਨ੍ਹਿਆ ਹੋਇਆ ਵਾ ਕਿ ਮਨਮੁਖ ਬੇਸਮਝ ਪੁਰਸ਼ ਹੰਗਤਾ ਮਮਤਾ ਕਰਕੇ ਸੜ ਰਿਹਾ ਵਾ। ਗੁਰ ਨਾਨਕ ਬਾਹ ਪਕਰ ਹਮ ਰਾਖਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਡੀ ਬਿਰਤੀ ਰੂਪੀ ਬਾਹਾਂ, ਭੁਜਾ ਨੂੰ ਫੜ ਕੇ ਹਮ ਕਹੀਏ ਸਾਨੂੰ ਰੱਖ ਲੈਣਾ ਕੀਤਾ।
ਆਸਾ ਮਹੱਲਾ ਪੰਜਵਾ। ਸਰਬ ਦੁਖ ਜਬ ਬਿਸਰਹਿ ਸੁਆਮੀ, ਈਹਾਂ ਊਹਾਂ ਕਾਮ ਨ ਪ੍ਰਾਨੀ। ਹਾਂ, ਜਦੋਂ ਸੁਆਮੀ ਮਾਲਕ ਪਰਮੇਸ਼ਰ ਵਿਸਰ ਜਾਂਦਾ ਤਦੋਂ ਸਾਰੇ ਹੀ ਦੁੱਖ ਆ ਕੇ ਵਿਆਪਦੇ ਆ, ਕਿਉਂਕਿ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਫਿਰ ਇਹ ਪ੍ਰਾਣਾ ਧਾਰੀ ਜੀਵ ਈਹਾਂ ਤੇ ਊਹਾਂ ਭਾਵ ਲੋਕ ਪਰਲੋਕ ਵਿੱਚ ਕਿਸੇ ਕੰਮ ਦਾ ਨਹੀਂ ਰਹਿੰਦਾ। ਇਸ ਅਮੋਲਕ ਮਨੁੱਖਾ ਸਰੀਰ ਨੂੰ ਵਿਅਰਥ ਹੀ ਗਵਾ ਲੈਂਦਾ। ਸੰਤ ਤ੍ਰਿਪਤਾਸੇ ਹਰ ਹਰ ਧਿਆਏ। ਸੰਤ ਸ਼ਾਂਤ ਚਿੱਤ ਮਹਾਂਪੁਰਖ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆ ਕਰਕੇ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤਾਸੇ ਹੁੰਦਾ, ਤ੍ਰਿਪਤ ਹੋਏ ਆ, ਰੱਜ ਗਏ ਆ। ਕਰ ਕਿਰਪਾ ਆਪਣੇ ਨਾਏ ਲਾਏ, ਸਰਬ ਸੁਖ ਪ੍ਰਭ ਤੁਮਰੀ ਰਜਾਏ। ਰਹਾਉ। ਇਹ ਪ੍ਰਭੂ ਪਰਮੇਸ਼ਵਰ ਵਾਹਿਗੁਰੂ ਮਿਹਰ ਕਰਕੇ ਹੀ ਉਹ ਸੰਤ ਜਨ ਆਪਣੇ ਆਪ ਦੇ ਨਾਮ ਵਿੱਚ ਲਾ ਲਏ ਹਨ। ਉਹ ਜਾਣਦੇ ਹਨ ਕਿ ਸਾਰੇ ਸੁੱਖ ਤੁਹਾਡੀ ਰਜਾ ਵਿੱਚ ਹੀ ਹਨ। ਰਹਾਉ। ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਸੰਗ ਹੋਵਤ ਕੋ ਜਾਣਤ ਦੂਰ, ਸੋ ਜਨ ਮਰਤਾ ਨਿਤ ਨਿਤ ਝੂਰ। ਜਿਹੜਾ ਪੁਰਖ ਸੰਗ ਸਾਥ ਹੁੰਦੇ ਪਰਮੇਸ਼ਰ ਨੂੰ ਦੂਰ ਜਾਣਦਾ, ਉਹ ਪੁਰਸ਼ ਨਿਤਾ ਪ੍ਰਤੀ ਹੀ ਝੂਰਦਾ ਰਹਿੰਦਾ, ਮਰਦਾ ਰਹਿੰਦਾ। ਭਾਵ ਟੈਨਸ਼ਨਾਂ, ਪਰੇਸ਼ਾਨੀਆਂ, ਚਿੰਤਾ, ਝੋਰਿਆਂ ਵਿੱਚ ਸੜਦਾ ਬਲਦਾ ਰਹਿੰਦਾ। ਜਿਨ ਸਭ ਕਿਛ ਦੀਆ ਤਿਸ ਚਿਤਵਤ ਨਾਹੇ, ਮਹਾਂ ਵਿਖਿਆ ਮਹਿ ਦਿਨ ਰੈਨ ਜਾਹੇ। ਜਿਸ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਹੈ ਉਸ ਨੂੰ ਯਾਦ ਵੀ ਨਹੀਂ ਕਰਦਾ। ਉਸ ਪੁਰਸ਼ ਦਾ ਰਾਤ ਦਿਨ ਬੜੀ ਵੱਡੀ ਜ਼ਹਿਰ ਰੂਪ ਮਾਇਆ ਵਿੱਚ ਵਿਅਰਥ ਹੀ ਬੀਤ ਜਾਂਦਾ ਹੈ। ਕਹੋ ਨਾਨਕ ਪ੍ਰਭ ਸਿਮਰਹੁ ਏਕ, ਗਤ ਪਾਈਐ ਗੁਰ ਪੂਰੇ ਟੇਕ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਹੇ ਭਾਈ, ਇੱਕ ਪ੍ਰਭ ਪਰਮੇਸ਼ਰ ਨੂੰ ਹੀ ਯਾਦ ਕਰਨਾ ਕਰੋ, ਅਰ ਪੂਰਨ ਗੁਰੂ ਸਾਹਿਬ ਜੀ ਦੀ ਟੇਕ ਓਟ ਲੈ ਕੇ ਗਤ ਮੁਕਤੀ ਪ੍ਰਾਪਤ ਕਰੀਦੀ ਹੈ। ਆਸਾ ਮਹੱਲਾ ਪੰਜਵਾ। ਅੱਗੇ ਸਤਿਗੁਰੂ ਕਿਰਪਾ ਕਰ ਰਹੇ ਹਨ। ਜੋ ਪਾਵਨ ਸ਼ਬਦ ਸਤਿਗੁਰੂ 98ਵਾਂ ਸ਼ਬਦ 97ਵੇਂ ਸ਼ਬਦ ਸਤਿਗੁਰੂ ਜੀ ਦੇ ਪਿੱਛੇ ਹੋ ਚੁੱਕੇ ਆ। ਨਾਲ ਨਾਲ ਗਿਣਤੀ ਵੀ ਮਹਾਰਾਜ ਨੇ ਕੁੱਲ ਜੋੜ ਵੀ ਲਿਖਿਆ ਸ਼ਬਦਾਂ ਦਾ। ਸੋ ਜੇ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੰਘ ਕਰਕੇ ਗਿਆ ਹੈ। ਪਹਿਲਾ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸੋ ਮਹਾਰਾਜ ਜੀ ਨੇ ਬੜੀ ਹੀ ਵਧੀਆ ਸੁਚੱਜੇ ਢੰਗ ਨਾਲ ਸ਼ਬਦਾਂ ਦਾ ਜੋੜ ਬੜੀ ਤਰਤੀਬਵਾਰ ਨਾਲ ਭਾਈ ਗੁਰਦਾਸ ਜੀ ਦੇ ਪਾਸੋਂ ਇਹ ਬੀੜ ਨੂੰ ਬੰਨ੍ਹਣਾ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪ੍ਰਕਾਸ਼ ਕਰਨਾ ਕੀਤਾ। ਆਸਾ ਮਹੱਲਾ ਪੰਜਵਾ। ਨਾਮ ਜਪਤ ਮਨ ਤਨ ਸਭ ਹਰਿਆ, ਕਲਮਲ ਦੋਖ ਸਗਲ ਪਰ ਹਰਿਆ। ਪਰਮੇਸ਼ਰ ਦਾ ਨਾਮ ਜਪਣ ਨਾਲ ਹਿਰਦਾ ਵਾਸ਼ਨਾ ਨਿਵਰਤ ਹੋਣ ਕਰਕੇ ਪ੍ਰਫੁੱਲਤ ਹੋ ਗਿਆ ਅਤੇ ਤਨ ਸਰੀਰ ਕੁਸੰਗਤ ਤੋਂ ਬਚ ਕੇ ਸਾਰੇ ਦੈਵੀ ਗੁਣਾਂ ਦੇ ਸਹਿਤ ਹਰਾ ਭਰਾ ਹੋ ਗਿਆ। ਅਤੇ ਕਲਮਲ ਪਾਪ ਅਤੇ ਕਾਮ ਕ੍ਰੋਧ ਰੂਪੀ ਦੋਸ਼, ਕਲਮਲ ਕਲਯੁਗ ਦੇ ਮੈਲ ਰੂਪ ਦੋਸ਼ ਸਾਰੇ ਹੀ ਪਰ ਹਰਿਆ ਦੂਰ ਹੋ ਗਏ ਹਨ। ਸੋਈ ਦਿਵਸ ਭਲਾ ਮੇਰੇ ਭਾਈ, ਹਰ ਗੁਣ ਗਾਏ ਪਰਮਗਤ ਪਾਈ। ਰਹਾਉ। ਹੇ ਮੇਰੇ ਸਾਡੇ ਭਾਈ ਭਰਾਵੋ, ਉਹੀ ਦਿਨ ਚੰਗਾ ਭਲਾ ਹੈ ਜਿਸ ਦਿਨ ਵਿੱਚ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਪਰਮਗਤ ਵੱਡੀ ਗਤੀ ਭਾਵ ਕਲਿਆਣ ਪ੍ਰਾਪਤ ਕੀਤੀ ਹੈ। ਰਹਾਉ। ਸਾਧ ਜਨਾਂ ਕੇ ਪੂਜੇ ਪੈਰ, ਮਿਟੇ ਉਪਦ੍ਰਹ ਮਨ ਤੇ ਬੈਰ। ਜਿਸ ਦਿਨ ਤੋਂ ਸ੍ਰੇਸ਼ਟ ਸੰਤ ਜਨਾਂ ਦੇ ਪੈਰ ਕਹੀਏ ਚਰਨ ਕਮਲਾਂ ਨੂੰ ਪੂਜਣਾ ਕੀਤਾ, ਉਸ ਦਿਨ ਤੋਂ ਮਨ ਹਿਰਦੇ ਵਿੱਚੋਂ ਵੈਰ ਭਾਵ ਅਤੇ ਉਪਦ੍ਰਹ ਵਿਘਨ ਆਦਿਕ ਸਾਰੇ ਔਗਣ ਮਿਟ ਗਏ। ਗੁਰ ਪੂਰੇ ਮਿਲ ਝਗਰ ਚੁਕਾਇਆ, ਪੰਚ ਦੂਤ ਸਭ ਵਸਗਤ ਆਇਆ। ਪੂਰਨ ਗੁਰੂ ਸਾਹਿਬ ਜੀ ਨਾਲ ਮਿਲਣ ਕਰਕੇ ਸਾਰਾ ਝਗੜਾ ਹੀ ਚੁੱਕ ਦਿੱਤਾ ਗਿਆ ਅਤੇ ਪੰਜ ਵੈਰੀ ਭਾਵ ਕਾਮ ਕ੍ਰੋਧ ਆਦਿਕ ਸਾਰੇ ਹੀ ਵਸ ਵਿੱਚ ਆ ਗਏ ਹਨ।
ਜਿਸ ਮਨ ਵਸਿਆ ਹਰਿ ਕਾ ਨਾਮ, ਨਾਨਕ ਤਿਸ ਊਪਰ ਕੁਰਬਾਨ। ਜਿਸ ਦੇ ਵੀ ਮਨ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਗਿਆ ਹੈ, ਸਤਿਗੁਰੂ ਜੀ ਕਥਨ ਕਰਦੇ ਆ, ਉਸ ਉੱਤੇ ਕੁਰਬਾਨ ਬਲਿਹਾਰ ਜਾਂਦੇ ਹਾਂ। ਆਸਾ ਮਹੱਲਾ ਪੰਜਵਾ। ਗਾਵ ਲੇਹ ਤੂੰ ਗਾਵਨ ਹਾਰੇ, ਜੀ ਪਿੰਡ ਕੇ ਪ੍ਰਾਨ ਆਧਾਰੇ। ਹੇ ਗਾਉਣ ਵਾਲੇ ਪੁਰਸ਼ਾ, ਤੂੰ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾ ਲੈਣਾ ਕਰ, ਜੋ ਪਰਮੇਸ਼ਰ ਸਾਰੇ ਜੀਵਾਂ ਦੇ ਤਾਈਂ ਪਿੰਡ ਹੁੰਦਾ ਸਰੀਰ ਦੇਣ ਵਾਲਾ, ਅਤੇ ਪ੍ਰਾਨ ਹੁੰਦਾ ਸਵਾਸਾਂ ਦਾ ਆਸਰਾ ਰੂਪ ਆ, ਸਵਾਸਾਂ ਨੂੰ ਚਲਾ ਰਿਹਾ। ਜਾ ਕੀ ਸੇਵਾ ਸਰਬ ਸੁਖ ਪਾਵੈ, ਅਵਰ ਕਾਹੂ ਪਹਿ ਬਹੁੜ ਨ ਜਾਵੈ। ਜਿਸ ਪਰਮੇਸ਼ਰ ਦੀ ਭਗਤੀ ਰੂਪੀ ਸੇਵਾ ਟਹਿਲ ਕਰਕੇ ਲੋਕ ਪਰਲੋਕ ਦੇ ਸਾਰੇ ਸੁੱਖ ਪਾ ਲਈਦੇ ਹਨ, ਮੁੜ ਕੇ ਫੇਰ ਤੂੰ ਹੋਰ ਕਿਸੇ ਪਾਸ ਖੁਸ਼ਾਮਦ ਕਰਨ ਲਈ ਨਹੀਂ ਜਾਵੇਂਗਾ। ਸਦਾ ਆਨੰਦ ਆਨੰਦੀ ਸਾਹਿਬ, ਗੁਣ ਨਿਧਾਨ ਨਿਤ ਨਿਤ ਜਾਪੀਐ। ਜੋ ਹਮੇਸ਼ਾ ਆਨੰਦ ਦੇਣ ਵਾਲਾ ਆਨੰਦ ਸਰੂਪ ਸਾਹਿਬ ਮਾਲਕ ਪਰਮੇਸ਼ਰ ਹੈ, ਉਸ ਦੇ ਗੁਣਾਂ ਨੂੰ, ਨਿਧਾਨ ਖਜ਼ਾਨੇ ਨੂੰ ਨਿਤਾ ਪ੍ਰਤੀ ਹੀ ਜਪਣਾ ਕਰੀਏ। ਬਲਹਾਰੀ ਤਿਸ ਸੰਤ ਪਿਆਰੇ, ਜਿਸ ਪ੍ਰਸਾਦ ਪ੍ਰਭ ਮਨ ਵਾਸੀਐ ਰਹਾਉ। ਉਸ ਪਿਆਰੇ ਸ਼ਾਂਤ ਚਿੱਤ ਮਹਾਂਪੁਰਖ ਤੋਂ ਸਦਾ ਹੀ ਬਲਿਹਾਰ ਕੁਰਬਾਨ ਜਾਈਏ, ਜਿਸ ਦੀ ਕਿਰਪਾ ਕਰਕੇ ਅਜਿਹਾ ਪ੍ਰਭੂ ਪਰਮੇਸ਼ਰ ਹਿਰਦੇ ਵਿੱਚ ਵਸ ਜਾਂਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਹਨ। ਜਾ ਕਾ ਦਾਨ ਨਿਖੂਟੈ ਨਾਹੀ, ਭਲੀ ਭਾਤ ਸਭ ਸਹਿਜ ਸਮਾਹੀ। ਜਿਸ ਪਰਮੇਸ਼ਰ ਦਾ ਦਿੱਤਾ ਹੋਇਆ ਦਾਨ ਕਦੇ ਵੀ ਨਿਖੂਟਿਆ ਹੁੰਦਾ, ਮੁੱਕਦਾ ਨਹੀਂ। ਉਸ ਦੇ ਦਿੱਤੇ ਹੋਏ ਨਾਮ ਰੂਪੀ ਦਾਨ ਕਰਕੇ ਸਾਰੇ ਸੰਤ ਭਗਤ ਭਲੀ ਭਾਂਤ ਪ੍ਰਕਾਰ ਸ਼ਾਂਤ ਪੂਰਵਕ ਪਰਮੇਸ਼ਰ ਵਿੱਚ ਸਮਾ ਜਾਂਦੇ। ਜਾ ਕੀ ਬਖਸ਼ ਨ ਮੇਟੈ ਕੋਈ, ਮਨ ਵਾਸ ਆਈਐ ਸਾਚਾ ਸੋਈ। ਜਿਸ ਪਰਮੇਸ਼ਰ ਦੀ ਬ੍ਰਹਮ ਵਿਦਿਆ ਬ੍ਰਹਮ ਗਿਆਨ ਭਗਤੀ ਰੂਪੀ ਦਿੱਤੀ ਹੋਈ ਬਖਸ਼ਿਸ਼ ਕੋਈ ਵੀ ਮੇਟ ਨਹੀਂ ਸਕਦਾ, ਉਸ ਸਤ ਸਰੂਪ ਪਰਮੇਸ਼ਰ ਨੂੰ ਆਪਣੇ ਮਨ ਹਿਰਦੇ ਵਿੱਚ ਵਾਸ ਆਈਐ ਕਹੀਏ, ਵਸਾਉਣਾ ਕਰੀਏ। ਸਗਲ ਸਮੱਗਰੀ ਗ੍ਰਹਿ ਜਾ ਕੈ ਪੂਰਨ, ਪ੍ਰਭ ਕੇ ਸੇਵਕ ਦੁਖ ਨ ਝੂਰਨ। ਜਿਸ ਵਾਹਿਗੁਰੂ ਦੇ ਸਾਧ ਸੰਗਤ ਰੂਪੀ ਘਰ ਵਿੱਚ ਸਾਰੇ ਸ਼ੁਭ ਗੁਣਾਂ ਦੀ ਸਮੱਗਰੀ ਪੂਰਨ ਕਹੀਏ, ਪੂਰੀ ਆ, ਭਰੀ ਪਈ ਆ, ਅਜਿਹੇ ਪਰਮੇਸ਼ਰ ਦੇ ਸੇਵਕ ਦਾਸਾਂ ਨੂੰ ਦੁੱਖਾਂ ਵਿੱਚ ਪੈ ਕੇ ਝੂਰਨਾ ਨਹੀਂ ਪੈਂਦਾ। ਓਟ ਗਹੀ ਨਿਰਭਉ ਪਦ ਪਾਈਐ, ਸਾਸ ਸਾਸ ਸੋ ਗੁਣ ਨਿਧ ਗਾਈਐ। ਹੇ ਭਾਈ, ਜਿਸ ਦੀ ਓਟ ਟੇਕ ਗ੍ਰਹਿਣ ਕਰਕੇ ਭੈ ਤੋਂ ਰਹਿਤ ਪਦਵੀ ਪ੍ਰਾਪਤ ਕਰੀਦੀ ਹੈ, ਉਸ ਦੇ ਗੁਣਾਂ ਦੇ ਸਮੁੰਦਰ ਪਰਮੇਸ਼ਰ ਦੇ ਗੁਣਾਂ ਨਾਮ ਨੂੰ ਸਵਾਸ ਸਵਾਸ ਹਰੇਕ ਸਵਾਸ ਨਾਲ ਗਾਉਣਾ ਕਰੀਏ। ਦੂਰ ਨ ਹੋਈ ਕਤਹੂ ਜਾਈਐ, ਨਦਰ ਕਰੇ ਤਾ ਹਰ ਹਰ ਪਾਈਐ। ਹੇ ਭਾਈ, ਦੇਸ਼ਾਂ ਪ੍ਰਦੇਸ਼ਾਂ ਵਿੱਚ ਭਾਵੇਂ ਕਿਧਰੇ ਵੀ ਚਲੇ ਜਾਣਾ ਕਰੀਏ, ਪਰੰਤੂ ਉਹ ਪਰਮੇਸ਼ਰ ਸਾਡੇ ਕੋਲੋਂ ਦੂਰ ਪਰੇ ਨਹੀਂ ਹੁੰਦਾ, ਸਦਾ ਅੰਗ ਸੰਗ ਰਹਿੰਦਾ ਵਾ। ਜੇਕਰ ਸਤਿਗੁਰੂ ਜੀ ਕਿਰਪਾ ਮਿਹਰ ਦੀ ਨਜ਼ਰ ਦ੍ਰਿਸ਼ਟੀ ਕਰ ਦੇਵੇ ਤਾਂ ਹਰੀ ਹਰ ਪਰਮੇਸ਼ਰ ਦੇ ਨਾਮ ਦਾ ਅਭਿਆਸ ਪਾਉਣਾ ਕਰੀਦਾ। ਅਰਦਾਸ ਕਰੀ ਪੂਰੇ ਗੁਰ ਪਾਸ, ਨਾਨਕ ਮੰਗੈ ਹਰ ਧਨ ਰਾਸ। ਮੈਂ ਪੂਰਨ ਗੁਰੂ ਸਾਹਿਬ ਜੀ ਦੇ ਪਾਸ ਕੋਲ ਅਰਦਾਸ ਬੇਨਤੀ ਕਰਦਾ ਹਾਂ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਹਰੀ ਪਰਮੇਸ਼ਰ ਦਾ ਨਾਮ ਰੂਪ ਧਨ ਅਤੇ ਸ਼ਰਧਾ ਰੂਪੀ ਰਾਸ ਪੂੰਜੀ ਮੰਗਦਾ ਹਾਂ। ਆਸਾ ਮਹੱਲਾ ਪੰਜਵਾ। ਸਤਿਗੁਰਾਂ ਦੀ ਸ਼ਰਨ ਵਿੱਚ ਆਉਣ ਕਰਕੇ ਜੋ ਗੁਰੂ ਜੀ ਦੀ ਮਿਹਰ ਹੋਈ ਆ, ਉਹ ਕਥਨ ਕਰਦੇ ਆ। ਸੋ ਇਸ ਸ਼ਬਦ ਨੂੰ ਰਹਾਉ ਦੀ ਤੁਕ ਤੋਂ ਇਹਦਾ ਅਰਥ ਆਰੰਭ ਕਰਨਾ ਹੈ। ਗੁਰ ਪੂਰਾ ਪਾਇਓ ਮੇਰੇ ਭਾਈ। ਹੇ ਸਾਡੇ ਭਾਈ ਭਰਾਵੋ, ਜਦੋਂ ਪੂਰਨ ਗੁਰੂ ਸਾਹਿਬ ਜੀ ਨੂੰ ਪਾਉਣਾ ਕੀਤਾ
ਪ੍ਰਥਮੇ ਮਿਟਿਆ ਤਨ ਕਾ ਦੁਖ, ਮਨ ਸਗਲ ਕੋ ਹੋਆ ਸੂਖ। ਸੋ ਕਹਿੰਦੇ ਪਹਿਲਾਂ ਤਾਂ ਸਰੀਰ ਦਾ ਜੰਮਣ ਮਰਨ ਆਦਿਕ ਦਾ ਕਸ਼ਟ ਮਿਟ ਗਿਆ, ਫਿਰ ਹਿਰਦੇ ਨੂੰ ਸਾਰਾ ਸੁੱਖ ਆ ਕੇ ਪ੍ਰਾਪਤ ਹੋ ਗਿਆ। ਕਰ ਕਿਰਪਾ ਗੁਰ ਦੀਨੋ ਨਾਉ, ਬਲ ਬਲ ਤਿਸ ਸਤਿਗੁਰ ਕਉ ਜਾਉ। ਗੁਰ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਮਿਹਰ ਕਰਕੇ ਮੈਨੂੰ ਅੰਮ੍ਰਿਤ ਨਾਮ ਦੇਣਾ ਕੀਤਾ ਹੈ। ਤਿਨਾਂ ਸੱਚੇ ਗੁਰਾਂ ਤਾਈਂ ਮੈਂ ਬਲ ਬਲ ਕਹੀਏ ਸਦਕੇ ਵਾਰਨੇ ਜਾਂਦਾ ਹਾਂ। ਗੁਰ ਪੂਰਾ ਪਾਇਓ ਮੇਰੇ ਭਾਈ, ਰੋਗ ਸੋਗ ਸਭ ਦੁਖ ਬਿਨਾਸੇ। ਸਤਿਗੁਰ ਕੀ ਸਰਣਾਈ ਰਹਾਉ। ਹੇ ਮੇਰੇ ਭਾਈ ਭਰਾਵੋ, ਮੈਂ ਪੂਰਨ ਗੁਰੂ ਸਾਹਿਬ ਜੀ ਨੂੰ ਪਾਉਣਾ ਕੀਤਾ, ਸੱਚੇ ਗੁਰਾਂ ਦੀ ਸ਼ਰਨ ਵਿੱਚ ਪਿਆ ਹਾਂ ਅਤੇ ਹਉਮੈ ਦੇ ਰੋਗ, ਵਿਛੋੜੇ ਦੇ ਗਮ ਅਤੇ ਜੰਮਣ ਮਰਨ ਆਦਿ ਦੇ ਸਾਰੇ ਦੁੱਖ ਬਿਨਸ ਗਏ, ਨਾਸ਼ ਹੋ ਗਏ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰਦੇ ਆ। ਗੁਰ ਕੇ ਚਰਨ ਹਿਰਦੈ ਵਸਾਏ, ਮਨ ਚਿੰਤਤ ਸਗਲੇ ਫਲ ਪਾਏ। ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨ ਕਮਲ ਧਿਆਨ ਕਰਨ ਰੂਪ ਆਪਣੇ ਹਿਰਦੇ ਵਿੱਚ ਵਸਾਲੇ ਹਨ, ਜਿਸ ਕਰਕੇ ਮਨ ਇੱਛਤ ਸਾਰੇ ਧਰਮ ਅਰਥ ਕਾਮ ਮੋਖ ਫਲ ਪਾਲੇ ਹਨ। ਅਗਨ ਬੁਝੀ ਸਭ ਹੋਈ ਸਾਤ, ਕਰ ਕਿਰਪਾ ਗੁਰ ਕੀਨੀ ਦਾਤ। ਉਸ ਵੇਲੇ ਤ੍ਰਿਸ਼ਨਾ ਦੀ ਸਾਰੀ ਅੱਗ ਬੁਝ ਗਈ ਅਤੇ ਹਿਰਦੇ ਵਿੱਚ ਸ਼ਾਂਤੀ ਆ ਕੇ ਪ੍ਰਾਪਤ ਹੋਈ, ਜਦੋਂ ਸਤਿਗੁਰਾਂ ਨੇ ਕਿਰਪਾ ਮਿਹਰ ਕਰਕੇ ਬ੍ਰਹਮ ਗਿਆਨ ਭਗਤੀ ਦੀ ਦਾਤ ਦੇਣਾ ਕੀਤੀ। ਨਿਥਾਵੇ ਕੋ ਗੁਰ ਦੀਨੋ ਥਾਨ, ਨਿਮਾਨੇ ਕੋ ਗੁਰ ਕੀਨੋ ਮਾਨ। ਨਿਥਾਵੇ ਨੂੰ ਕਹੀਏ ਥਾਂ ਤੋਂ ਹੀਣਿਆਂ ਨੂੰ ਸਤਿਗੁਰਾਂ ਨੇ ਪ੍ਰਤੱਖ ਸਰੂਪ ਰੂਪੀ ਥਾਂ ਦੇਣਾ ਕੀਤਾ। ਨਿਮਾਣ ਤੋਂ ਹੀਣਿਆਂ ਨੂੰ ਸਤਿਗੁਰਾਂ ਨੇ ਲੋਕ ਪ੍ਰਲੋਕ ਵਿੱਚ ਜਸ ਰੂਪ ਮਾਣ ਸਤਿਕਾਰ ਦੇਣਾ ਕੀਤਾ। ਬੰਧਨ ਕਾਟ ਸੇਵਕ ਕਰ ਰਾਖੇ, ਅੰਮ੍ਰਿਤ ਬਾਣੀ ਰਸਨਾ ਚਾਖੇ। ਬੰਧਨਾਂ ਵਿੱਚ ਫਸਿਆਂ ਦੇ ਸਤਿਗੁਰਾਂ ਨੇ ਹੰਗਤਾ, ਮਮਤਾ, ਮੋਹ ਮਾਇਆ ਦੇ ਬੰਧਨ ਜੰਜਾਲ ਕੱਟ ਕੇ ਆਪਣੇ ਸੇਵਕ ਦਾਸ ਬਣਾ ਕਰਕੇ ਰੱਖਿਆ ਹੈ। ਉਹ ਜੀਭਾ ਕਰਕੇ ਸਤਿਗੁਰਾਂ ਦੀ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬਾਣੀ ਦੇ ਸਵਾਦ ਨੂੰ ਚੱਖਦੇ ਭਾਵ ਧਾਰਨ ਕਰਦੇ ਹਨ। ਵੱਡੈ ਭਾਗ ਪੂਜ ਗੁਰ ਚਰਨਾ, ਸਗਲ ਤਿਆਗ ਪਾਈ ਪ੍ਰਭ ਸਰਨਾ। ਵੱਡੇ ਭਾਗ ਕਰਮਾਂ ਕਰਕੇ ਗੁਰੂ ਸਾਹਿਬ ਜੀ ਦੇ ਚਰਨ ਕਮਲਾਂ ਦੀ ਪੂਜਾ ਪ੍ਰਾਪਤ ਹੁੰਦੀ ਆ, ਜਿਸ ਪੂਜਾ ਕਰਕੇ ਸਾਰੇ ਆਸਰੇ ਤਿਆਗ ਛੱਡ ਕੇ ਇੱਕ ਪ੍ਰਭੂ ਪਰਮੇਸ਼ਰ ਦੀ ਸ਼ਰਨ ਪ੍ਰਾਪਤ ਹੁੰਦੀ ਆ। ਗੁਰ ਨਾਨਕ ਜਾ ਕੋ ਭਇਆ ਦਇਆਲਾ, ਸੋ ਜਨ ਹੋਆ ਸਦਾ ਨਿਹਾਲਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ, ਜਿਨ੍ਹਾਂ ਤਾਈਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਿਆਲੂ ਕਿਰਪਾਲੂ ਹੋਏ ਆ, ਉਹ ਜਨ ਪੁਰਸ਼ ਹਮੇਸ਼ਾ ਨਿਹਾਲਾ ਆਨੰਦ ਪ੍ਰਸੰਨ ਹੋ ਜਾਂਦੇ ਆ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।